नमस्कार, मेरा नाम है शिखा ठाकुर और आप सभी मेरे साथ देख रहे हैं उदय न्यूज़ लाइव। बुलेटिन की शुरुआत करते कुछ खास खबरों के साथ। नगर निगम चुनावों से पहले ही चुनावी अखाड़ा हुआ गर्म। भाजपा की महिला नेता द्वारा पटवारी पर लगाए गए एससी सर्टिफिकेट ना देने के और गाली गलौज करने के आरोप। नगर निगम चुनावों का ऐलान हो चुका है। मतदान करने की तारीख भी नियुक्त हो चुकी है और इसी के साथ चुनावी अखाड़ा भी गर्म हो चुका है। बात करें जिला गुरदासपुर की इकलौती नगर निगम बटाला की, तो यहाँ पर वार्ड नंबर 47 जवाहर नगर की भाजपा महिला आशा रानी, जिसने अपनी अर्जी दायर करने के लिए एससी का सर्टिफिकेट बनने के लिए पटवारी जगदीप सिंह को दिया था। लेकिन महिला के आरोप हैं कि जब सर्टिफिकेट लेने गए तो पटवारी ने हमारे साथ गाली गलौज किया और साथ में हाथापाई भी की और हमारी तरफ से जो वीडियो बनाया गया पटवारी ने मोबाइल छीनकर वो भी डिलीट कर दिया। ਉਹਨੇ ਸਵੇਰ ਦੀਆਂ ਸਾਡੀਆਂ ਦੌੜਾਂ ਲਵਾਉਣ ਡਿਆ ਜੇ ਅਸੀਂ ਆਫਿਸ ਜਾਂਦੇ ਆ ਤੇ ਉਹ ਉੱਥੇ ਪਹੁੰਚ ਜਾਂਦਾ ਤਹਿਸੀਲੇ, ਜੇ ਤਹਿਸੀਲੇ ਜਾਂਦੇ ਆ ਤੇ ਉੱਥੇ ਪਹੁੰਚ ਜਾਂਦਾ। ਉਹਨੇ ਨਾ ਸਾਈਨ ਪਹਿਲੇ ਕਰ ਦਿੱਤੇ ਆ, ਬਾਅਦ ਚ ਉਹਨੂੰ ਫੋਨ ਆਇਆ ਪਟਵਾਰੀ ਸਾਹਿਬ ਨੇ ਸਾਈਨ ਕੀਤੇ ਆ, ਜਗਦੀਪ ਸਿੰਘ ਜੀ ਉਹਨਾਂ ਨੇ ਸਾਈਨ ਕੀਤੇ ਆ। ਬਾਅਦ ਚ ਉਹਨਾਂ ਦਾ ਉਸੇ ਵੇਲੇ ਕਿਸੇ ਦਾ ਫੋਨ ਆਇਆ ਉਹਨਾਂ ਨੂੰ, ਉਹਨਾਂ ਨੇ ਨਾਲ ਹੀ ਨਾ ਸਾਈਨ ਕਰ ਦਿੱਤੇ। ਹਾਂਜੀ, ਉੱਥੇ ਆ ਦੀਦੀ ਗਏ ਸੀਗੇ ਲੈ ਕੇ ਫਾਰਮ, ਉੱਥੇ ਗਏ। ਫਿਰ ਮੈਂ ਕਿਹਾ ਵੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ, ਕਹਿੰਦੇ ਭੈਣ ਜੀ ਮੈਂ ਨੀਜੇ ਕਰਨੇ ਜਾਓ, ਜੋ ਕਰਨਾ ਕਰ ਲਓ। ਫਿਰ ਬਾਅਦ ਚ ਉਹਨੇ ਧਮਕੀ ਦਿੱਤੀ, ਕਹਿੰਦੇ ਮੈਂ ਤੇਰੇ ਨਾਲ BC ਦਾ, ਉਹਨੇ ਪੈਨ ਨਾਲ ਖੁਦ ਹੀ ਨਾ SC ਤੋਂ BC ਕਰ ਦਿੱਤਾ। ਹੁਣ ਰੱਬ ਜਾਣੇ ਸਾਨੂੰ ਵੀ ਵਧਾਈ ਦੇਖਾ ਵੀ ਪੈਨ ਨਾਲ ਕੀਤਾ ਵੈਸੇ, ਤੇ ਕਹਿੰਦਾ BC ਹੈ, BC ਕਾਸ਼ ਹੈ, ਤੁਸੀਂ ਇਲੈਕਸ਼ਨ ਲੜਨ ਦੇ ਝੂਠ ਬੋਲ। ਮੈਂ ਕਿਹਾ ਤੁਸੀਂ ਇਨਕੁਆਇਰੀ ਕਰਵਾਓ, ਮਹੱਲੇ ਤੋਂ ਇਨਕੁਆਇਰੀ ਕਰਵਾਓ। ਇਹ ਕਹਿੰਦੀ ਵੀ ਮੈਂ ਆਪਣੇ ਬਰਾਦਰੀ ਨੂੰ ਇਕੱਠੇ ਕਰ ਦੇਣੀ ਹੈ। ਕਹਿੰਦਾ ਜਿਹਨੂੰ ਮਰਜ਼ੀ ਆਇਆ ਮੈਂ ਸਾਈਨ ਨਹੀਂ ਜੇ ਕਰਨਾ, ਮੈਂ ਸਾਈਨ ਨਹੀਂ ਜੇ ਕਰਨੇ, ਸੋਮਵਾਰ ਤੋਂ ਬਾਅਦ ਕਰਾਂਗਾ। ਮੈਂ ਕਿਹਾ ਉੱਥੇ ਕਾਫੀ ਜੱਟ ਲੋਕ ਸੀਗੇ, 15-20 ਬੰਦੇ ਸੀਗੇ ਉੱਥੇ ਗੱਲ ਕਰਦੇ ਪਏ ਸੀ, 15-20 ਬੰਦੇ। ਉਹਨਾਂ ਕਿਹਾ ਭੈਣ ਜੀ ਤੁਸੀਂ ਬਾਹਰ ਕਰਵਾ ਦਿਓ। ਸਰ ਸਾਨੂੰ ਜ਼ਰੂਰਤ ਹੈ, MC ਦੇ ਇਲੈਕਸ਼ਨ ਤੇ ਖੜੇ ਕਰਵਾਉਣਾ ਸੀ ਇਹਨਾਂ ਨੂੰ, ਸਾਨੂੰ ਜ਼ਰੂਰਤ ਹੈਗੀ ਆ। ਤੇ ਉਹਨੇ ਕੀ ਕੀਤਾ, ਇਹ ਖੜੀ ਹੋ ਗਈ, ਬੋਲਣ ਲੱਗ ਪਈ। ਮੈਂ ਕਿਹਾ ਚੱਲ ਵੀਡੀਓ ਬਣਾ ਲਈ, ਮੈਂ ਚੁੱਪ ਕਰਕੇ ਵੀਡੀਓ ਬਣਾਉਂਦੀ ਰਹੀ ਹਾਂ। ਮੈਨੂੰ ਕਿਹਾ, ਮੈਂ ਕਿਹਾ ਨਹੀਂ ਸਾਈਨ ਕਰ ਦੇਣਾ, ਮੈਂ ਕਿਹਾ ਆ ਜਾ। ਤੇ ਮੈਂ ਏਦਾਂ ਹੀ ਉਹਦਾ ਇੱਕ ਮੁਕਾਇਆ ਕਿ ਨਿੰਗਾ, ਉਹਨੇ ਮੈਨੂੰ ਧੱਕਾ ਮਾਰਿਆ, ਕੰਧ ਨਾਲ ਮਾਰ ਕੇ ਮੇਰੇ ਕੋਲ ਮੋਬਾਈਲ ਖੋਹ ਕੇ ਲੈ ਗਿਆ। ਉਹਦੇ ਮੁੰਡੇ ਦੇ ਨਾਲ ਹੈ, ਮੈਂ ਵੈਸੇ ਪਹਿਚਾਣ ਆਉਂਗੀ, ਉਹਦੇ ਨਾਲ ਹੀ ਆ ਮੇਰੇ ਘਰ। ਮੈਂ ਨਾ ਮਿੱਠੀ ਗੱਲਾਂ ਕਰਦਾ ਰਿਹਾ, ਕੀ ਗੱਲ ਹੋਇਆ। ਮੈਂ ਕਿਹਾ ਵੇਖ ਪੁੱਤਰ, ਮੈਂ ਕਚਹਿਰੀ 'ਚ ਵੀ ਬੋਲ ਕੇ ਆਈ ਤਹਿਸੀਲੇ ਵੀ, ਮੈਂ ਕਿਹਾ ਸਾਨੂੰ ਸਾਈਨ ਨਹੀਂ ਕਰਕੇ ਦਿੰਦੇ, ਸਾਡੀ ਦੌੜ ਸਵੇਰ ਨੂੰ ਆਉਣ ਤੇ ਉੱਥੇ ਵੀ ਬੋਲੇ, ਉੱਥੇ ਵੀ ਕਾਫੀ ਲੋਕ ਇਕੱਠੇ ਹੋਏ ਸੀ। ਇਹਨੇ ਬਾਅਦ 'ਚ ਸਾਨੂੰ ਆਫਿਸ ਬੁਲਾਇਆ, ਕਹਿੰਦਾ ਮੈਂ ਪਰਚਾ ਕਰ ਦੇਣਾ ਇਹਦੇ ਖਿਲਾਫ। ਤੇ ਮੈਂ ਕਿਹਾ ਤੁਸੀਂ ਪਰਚਾ ਕਰ ਦੇਣਾ ਜੇ ਅਸੀਂ ਇਕੱਠੇ ਕਰ ਰਹੇ ਹਾਂ ਬੰਦੇ ਨਾਲੇ ਸਾਰੇ ਨੇ ਕਿਹਾ ਨਹੀਂ ਕਰਨੇ, ਮੈਂ ਸੋਮਵਾਰ ਤੋਂ ਬਾਅਦ ਮਾਸ਼ੇ ਨਹੀਂ ਹੈਗੇ, ਤੁਸੀਂ BC ਚ ਇਹਨੇ ਮਾਸ਼ੇ ਕਰਕੇ ਤੂੰ ਮਾਸ਼ੇ ਨਹੀਂ ਹੈ, ਤੁਸੀਂ BC ਚ। ਮੈਂ ਕਿਹਾ ਨਹੀਂ ਅਸੀਂ ਆਪਣੀ ਬਲਾਕ ਤੇ ਕਿਉਂ ਛੱਡ ਰਹੇ, ਇਹਨੇ ਬਾਰ-ਬਾਰ ਮਾਸ਼ੇ ਗਿਆ। ਕੀ ਹੁਣ ਹੋਇਆ ਕਿ ਇਹਨੇ ਅਸੀਂ ਇਦਾਂ ਗੱਲਬਾਤ ਅਸੀਂ ਪਿਆਰ ਨਾਲ ਕਰ ਰਹੇ ਸੀ, ਮੈਂ ਗੱਲ ਕਰ ਰਹੀ ਸੀ। ਇਹ ਚਲੋ ਜਦੋਂ ਗੱਲਬਾਤ ਹੋਈ, ਜਦੋਂ ਹੱਥੋਂ ਫੜ ਲਈ, ਮੈਂ ਵੀਡੀਓ ਬਣਾ ਲਾ ਪਈ। ਉਹਨੇ ਫੜ ਕੇ ਉਹ ਦੂਜੇ ਨਾਲ ਦੇ ਮੁੰਡੇ ਨੇ ਫੜ ਕੇ ਜੋ ਹੱਥੋਂ ਪਾਈ ਹੋ ਗਿਆ, ਪਰ ਉਹ ਧੱਕੇ ਮਾਰ ਕੇ ਪਟਵਾਰੀ ਸਾਹਿਬ ਨੂੰ ਫੜਾਈ ਆ, ਡਿਲੀਟ ਉਹਨਾਂ ਨੇ ਕੀਤੀ। ਹਾਂਜੀ ਡਿਲੀਟ ਪਟਵਾਰੀ ਨੇ ਕੀਤੀ। ਹਾਂਜੀ ਮੇਰੇ ਕੋਲ ਮੁੰਡੇ ਨੇ ਖੋ ਕੇ ਮੈਨੂੰ ਧੱਕਾ ਮਾਰ ਕੇ ਪਹਿਲੇ ਸੁੱਟਿਆ ਤੇ ਮੋਬਾਈਲ ਖੋ ਕੇ ਲੈ ਗਿਆ, ਤੇ ਉਹਨੂੰ ਪਟਵਾਰੀ ਸਾਹਿਬ ਨੂੰ ਦਿੱਤਾ, ਉਹਨਾਂ ਨੇ ਡਿਲੀਟ ਕੀਤੀ। ਹਾਂਜੀ ਅਸੀਂ ਤੇ ਕਿ ਇਲੈਕਸ਼ਨ ਦੇ ਇਹਨੂੰ ਖੜੀ ਕਰਨਾ, ਇਹਨੂੰ ਮੈਂ ਕਹਿੰਦੇ ਜਿਹੜਾ ਇਨਸਾਫ ਕਰਨੇ ਆ, ਇਹਨੂੰ ਜਿਹੜਾ ਮਜ਼ਾ ਚਕਾਉਣਾ ਚਾਹੀਦਾ। ਕਿਉਂ ਸਾਡੇ ਮਹੱਲੇ 'ਚ ਵੀ ਮੈਂ ਅੱਜ ਗਈ ਆ, ਕਾਫੀ ਜਾਣੇ ਨਾਲ ਇਹਦੀ ਆਦਤ ਹੈਗੀ ਹੈ ਕਰਦਾ ਤੇ ਰੂਡਲੀ ਬੋਲਦਾ ਸਾਰਿਆਂ ਨੂੰ। ਭਾਜੀ ਕੱਲ 19 ਤਰੀਕ ਨੂੰ 2 ਵਜੇ 1:30 ਤੋਂ 2 ਵਜੇ ਦੇ ਟਾਈਮਿੰਗ ਸੀ। ਮੈਂ ਫਰਦ ਕੇਂਦਰ ਵਿੱਚ ਕੰਮ ਕਰ ਰਿਹਾ ਹਾਂ ਤਹਿਸੀਲੇ ਵਿੱਚ। ਉੱਥੇ ਮੇਰੇ ਕੋਲ 2 ਸਰਟੀਫਿਕੇਟ ਆਏ ਜੀ SC ਦੇ, ਠੀਕ ਹੈ ਜੀ। ਮੈਂ ਰਿਪੋਰਟ ਕੀਤੀ, ਜਦੋਂ ਮੈਂ ਰਿਪੋਰਟ ਸਾਈਨ ਕਰਨ ਤੋਂ ਪਹਿਲਾਂ ਪ੍ਰੂਫ ਚੈੱਕ ਕੀਤੇ, ਨਾਲ ਰਾਸ਼ਨ ਕਾਰਡ ਤੇ ਆਧਾਰ ਕਾਰਡ ਲੱਗਾ ਸੀ। ਜਿਹੜਾ ਰਾਸ਼ਨ ਕਾਰਡ ਉੱਤੇ BC ਲਿਖਿਆ ਹੋਇਆ ਹੈ ਜੀ। ਮੈਨੂੰ ਕਿਹਾ, ਮੈਂ ਕਿਹਾ ਜੀ ਇਹ ਰਾਸ਼ਨ ਕਾਰਡ ਤੇ BC ਕੋ ਲਿਖਿਆ ਹੋਇਆ ਵਾ। ਇਹ ਇੰਨੀ ਗੱਲ ਕਹਿੰਦੇ ਹੋ, ਕਹਿੰਦਾ ਜੀ ਭਾਜੀ ਮੈਂ ਕਿਹਾ ਜੀ ਇਹ ਮੈਂ ਵੈਰੀਫਾਈ ਕਰਕੇ ਫਿਰ ਕਰੂੰਗਾ। ਕਹਿੰਦਾ ਤੁਸੀਂ ਮੈਨੂੰ ਵਾਪਸ ਦੇ ਦਿਓ, ਮੇਰੇ ਕੋਲ ਵਾਪਸ ਲੈ ਲਏ। ਦੁਬਾਰਾ ਉਹ ਮੈਂ ਜਦੋਂ ਦਫ਼ਤਰ ਆਇਆ, ਆਫਿਸ ਆਇਆ, ਆਪਣੇ ਆਫਿਸ ਆ ਕੇ ਮੈਨੂੰ ਮਿਲੇ ਆ, ਕਹਿੰਦੇ ਸਾਡੇ ਸਰਟੀਫਿਕੇਟ ਕਰੋ ਹੁਣੇ। ਮੈਂ ਕਿਹਾ ਜੀ ਇਹ ਡਾਊਟਫੁਲ ਆ ਥੋੜ੍ਹੇ ਜਿਹੇ, ਇਹਨਾਂ ਦੇ ਜਿਹੜਾ ਰਾਸ਼ਨ ਕਾਰਡ ਆ ਉੱਤੇ BC ਕਾਸਟ ਲਿਖੀ ਹੋਈ ਆ, ਮੈਂ ਵੈਰੀਫਾਈ ਕਰਕੇ ਕਰ ਦੂੰਗਾ ਜੀ। ਉਹ ਕਹਿੰਦੇ ਅਸੀਂ ਹੁਣੇ ਕਰਾਉਣੇ ਆ ਜੀ। ਮੈਂ ਕਿਹਾ ਹੁਣੇ ਨਹੀਂ ਮੈਂ ਕਰ ਸਕਦਾ, ਮੈਂ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਕਰ ਸਕਦਾ ਹਾਂ, ਕਿਉਂਕਿ ਮੈਨੂੰ ਡਾਊਟ ਆ, ਕਿਉਂਕਿ ਉੱਤੇ BC ਲਿਖਿਆ ਹੋਇਆ ਵਾ, ਤੁਸੀਂ SC ਦਾ ਸਰਟੀਫਿਕੇਟ ਦੀ ਮੰਗ ਕਰ ਰਹੇ ਜੇ। ਇੰਨੇ ਨੂੰ ਉਹ ਕਹਿੰਦੇ ਹੁਣੇ ਕਰਾਉਣਾ ਜੀ, ਸਾਨੂੰ ਹੁਣੇ ਚਾਹੀਦਾ। ਮੈਂ ਕਿਹਾ ਹੁਣੇ ਨਹੀਂ ਮੈਂ ਕਰ ਸਕਦਾ।
ਇੰਨੀ ਗੱਲ ਨੂੰ ਲੈ ਕੇ ਉਹਨਾਂ ਨੇ 4 ਲੇਡੀਜ਼ ਸੀ 2 ਜੈਂਟਸ ਸੀ, ਉਹਨਾਂ ਰੌਲਾ ਰੱਪਾ ਪਾਇਆ ਉੱਥੇ, ਕਾਫੀ ਮੇਰੇ ਨਾਲ ਬਦਤਮੀਜ਼ੀ ਕੀਤੀ ਆ। ਸਰਟੀਫਿਕੇਟ ਖੋਹਣ ਦੀ ਕੋਸ਼ਿਸ਼ ਕੀਤੀ, ਸਰਟੀਫਿਕੇਟ ਨਹੀਂ ਮੈਂ ਦਿੱਤਾ, ਸਰਟੀਫਿਕੇਟ ਮੈਂ ਰੱਖ ਲਿਆ। ਆਹ ਗੱਲ ਹੋਈ। ਉਹਨਾਂ ਨੇ ਉਲਟਾ ਕਿਹਾ ਕਿ ਸਾਡੇ ਨਾਲ ਪਟਵਾਰੀ ਨੇ ਹੱਥਾਪਾਈ ਕਰਨ ਦੀ ਕੋਸ਼ਿਸ਼ ਕੀਤੀ। ਸਰ ਹੱਥਾਪਾਈ ਕਰਨ ਦਾ ਮਤਲਬ ਹੀ ਨਹੀਂ ਪੈਂਦਾ ਸਰ, ਕੋਈ ਕਿਉਂ ਕਰੂੰਗਾ ਮੈਂ ਭਾਈ ਸਰ? ਸਰਟੀਫਿਕੇਟ ਤਸਦੀਕ ਕਰਾਉਣਾ ਹੈ, ਮੇਰਾ ਫਰਜ਼ ਬਣਦਾ ਸਰਟੀਫਿਕੇਟ ਤਸਦੀਕ ਕਰਨਾ, ਠੀਕ ਹੈ ਜੀ। ਜੇ ਮੈਨੂੰ ਡਾਊਟ ਆ ਮੈਂ ਵੈਰੀਫਿਕੇਸ਼ਨ ਕਰਨ ਦਾ ਮੇਰਾ ਹੱਕ ਬਣਦਾ, ਮੈਂ ਇਹ ਗੱਲ ਆ। ਉਹਨਾਂ ਨੇ ਇੱਕ ਵੀ ਬਲੇਮ ਲਾਇਆ ਕਿ ਉਹਨਾਂ ਵੱਲੋਂ ਇੱਕ ਵੀਡੀਓ ਬਣਾਈ ਗਈ ਜਿਹੜੀ ਪਟਵਾਰੀ ਨੇ ਡਿਲੀਟ ਕਰਤੀ। ਸਰ ਉਹ 6 ਜਣੇ ਸੀ, ਮੈਂ ਇਕੱਲਾ ਸੀ, ਮੈਂ ਕੰਮ ਕਰ ਰਿਹਾ ਸੀ। 15 ਤੋਂ 20 ਬੰਦੇ ਹੋਰ ਉੱਥੇ ਕੰਮ ਕਰਾਉਣ ਵਾਸਤੇ ਆਏ ਸੀ ਮੇਰੇ ਕੋਲ, ਹਲਕੇ ਦੇ ਲੋਕ ਆਏ ਸੀ, ਉਹਨਾਂ ਦੇ ਸਾਹਮਣੇ ਜੋ ਵੀ ਹੋਇਆ ਵਾ, ਠੀਕ ਹੈ ਜੀ। 6 ਬੰਦਿਆਂ ਕੋਲ ਇੱਕ ਬੰਦਾ ਇਕੱਲਾ ਫੋਨ ਖੋਹ ਸਕਦਾ? ਕਦੀ ਵੀ ਨਹੀਂ। ਫੋਨ ਵੀਡੀਓ ਉਹਨਾਂ ਦੇ ਕੋਲ ਹੀ ਹੈ ਜੀ, ਉਹ ਜਿਹੜੀ ਵੀਡੀਓ ਉਹਨਾਂ ਨੇ ਬਣਾਈ ਆ ਵੀਡੀਓ ਉਹਨਾਂ ਦੇ ਕੋਲ ਹੀ ਆ। ਮੈਨੂੰ ਸਾਥੀਆਂ ਨੇ ਕਿਹਾ, ਜਿਹੜੇ ਕੰਮ ਕਰਾਉਣ ਆਏ ਸੀ ਹੋਰ ਪਬਲਿਕ, ਉਹਨਾਂ ਕਿਹਾ ਜੀ ਵੀਡੀਓ ਬਣਾ ਰਹੇ, ਮੈਂ ਜੀ ਬਣਾਉਣ ਦਿਓ, ਕੋਈ ਗੱਲ ਨਹੀਂ। ਉਹਨਾਂ ਨੇ ਮੈਨੂੰ ਗਾਲਮੰਦਾ ਕੀਤਾ ਵਾ ਜੀ, ਕਾਫੀ ਮੇਰੇ ਨਾਲ ਬਦਤਮੀਜ਼ੀ ਕੀਤੀ ਆ। ਉਹ ਵੀਡੀਓ ਦੇ ਵਿੱਚ ਸਾਰਾ ਕੁਝ ਰਿਕਾਰਡ ਹੋ ਗਿਆ, ਤਾਂ ਕਰਕੇ ਉਹ ਵੀਡੀਓ ਸਾਹਮਣੇ ਨਹੀਂ ਲਿਆ ਰਹੇ ਜੀ, ਵੀਡੀਓ ਉਹਨਾਂ ਦੇ ਕੋਲ ਪਈ ਹੈ ਜੀ। ਉਹਨਾਂ ਵੱਲੋਂ ਪੁਲਿਸ ਸ਼ਿਕਾਇਤ ਵੀ ਕੀਤੀ ਗਈ ਹੈ, ਤੁਹਾਡੇ ਵੱਲੋਂ ਉਹਨਾਂ ਦੇ ਕੋਈ ਕਾਰਵਾਈ ਕੀਤੀ? ਸਰ ਮੈਂ ਥਰੂ ਮਹਿਕਮਾ, ਮੈਂ ਆਪਣੇ ਪ੍ਰੋਪਰ ਚੈਨਲ ਥਰੂ ਮਹਿਕਮਾ ਮੈਂ ਆਪਣੀ ਜਿਹੜੀ ਆਪਣੀ ਉਹਨਾਂ ਦੇ ਖਿਲਾਫ ਦਰਖਾਸਤ ਮੈਂ ਭੇਜੀ है जी। अवतार सिंह भड़ाना की चेतावनी, कहा 26 जनवरी को नहीं फहराने देंगे झंडा। लुधियाना के हैबोवाल स्थित किसान मजदूर एकता के बैनर तले अलग अलग संगठनों द्वारा मोदी सरकार के खिलाफ रोष जाहिर करते हुए ह्यूमन चैन बना किसानों के पक्ष में सरकार के खिलाफ विरोध जताया गया। इस दौरान कांग्रेसी नेता बलराज सिंह व पार्षद रोकी भाटिया भी इस प्रदर्शन का हिस्सा बने। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੁਧਿਆਣਾ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਜਿਹੜੇ ਵੀ ਸਾਡੇ ਵੀਰ ਭਰਾ ਝੰਡਾ ਜਾਂ ਸਟicker ਲਗਵਾਉਣਾ ਚਾਹੁੰਦੇ ਸੀ, ਉਹਨਾਂ ਨੂੰ ਸੇਵਾ ਕੀਤੀ ਜਾ ਰਹੀ ਹੈ। ਸਾਰੇ ਹੀ ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਅਤੇ ਅਸੀਂ ਤਾਂ ਇਹੀ ਡਿਮਾਂਡ ਕਰਦੇ ਹਾਂ ਵੀ ਜਲਦ ਤੋਂ ਜਲਦ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ। ਧੰਨਵਾਦ। ਰਵਿੰਦਰ ਸਿੰਘ ਰੋਕੀ ਭਾਟੀਆ, ਵਾਰਡ ਨੰਬਰ 92 ਤੋਂ ਕੌਂਸਲਰ। ਅੱਜ ਦਾ ਜਿਹੜਾ ਧਰਨਾ ਹੈ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਬਲਰਾਜ ਸਿੰਘ ਲੱਕੀ ਜੀ ਦੀ ਅਗਵਾਈ 'ਚ ਅੱਜ ਅਸੀਂ ਇੱਥੇ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ, ਇਹਦੇ ਵਿੱਚ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਜਿੰਨੇ ਵੀ ਆਪਣੇ ਕਿਸਾਨ ਭਰਾ ਨੇ ਉਹਨਾਂ ਦੀ ਹਮਾਇਤ ਦੇ ਵਿੱਚ। ਅਸੀਂ ਅੱਜ ਸਟicker, ਝੰਡੇ ਤੇ ਇਹ ਜਿਹੜੇ ਚੀਜ਼ਾਂ ਨੇ ਸਾਰੀਆਂ ਅਸੀਂ ਅੱਜ ਫ੍ਰੀ ਲਾ ਰਹੇ ਹਾਂ, ਸਾਰਾ ਕੁਝ ਫ੍ਰੀ ਦੇ ਰਹੇ ਹਾਂ। ਅਸੀਂ ਇੰਨਾ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਕਿਸਾਨ ਅੱਜ ਧਰਨੇ 'ਤੇ ਬੈਠੇ ਨੇ, ਉਹ ਜਲਦ ਤੋਂ ਜਲਦ ਸਰਕਾਰ ਆਪਣਾ ਫੈਸਲਾ ਬਦਲੇ, ਕਾਨੂੰਨ ਰੱਦ ਕਰੇ ਔਰ ਉਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਉਹ ਆਪਣੇ ਧਰਨੇ ਤੋਂ ਹਟਣ। ਕਿਉਂਕਿ ਇਸ ਟਾਈਮ ਜਿੰਨੀ ਠੰਡ ਪੈ ਰਹੀ ਹੈ, जिस तरीके नाल वो झेल रहे हैं, सानू पता इस चीज़ का। खेती कानूनों के खिलाफ किसान आंदोलन के मद्देनजर निकाय चुनावों को मुलतवी किए जाने की मांग। पार्टी का शिष्टमंडल 22 जनवरी को चुनाव आयोग को ज्ञापन सौंपेगा और धरना भी दिया जाएगा। लोक इंसाफ पार्टी के प्रधान सिमरजीत सिंह बैंस ने खेती कानूनों के खिलाफ किसान आंदोलन के मद्देनजर पंजाब में आगामी निकाय चुनावों को मुलतवी किए जाने की मांग की है, जिन्होंने राज्य सरकार पर केंद्र के साथ मिलकर उन चुनावों के जरिए किसान आंदोलन को कमजोर करने का आरोप लगाया है। पार्टी का शिष्टमंडल 22 जनवरी को राज्य चुनाव आयोग को एक ज्ञापन सौंपेगा और धरना भी दिया जाएगा। लोक इंसाफ पार्टी की कोर कमेटी की मीटिंग सी, जिहदे विच दो उस विचार वटांदरे का विषा नंबर पहला सीगा कि 26 जनवरी जिहड़ी ट्रैक्टर परेड होण दिल्ली के बार्डरां दे उत्ते, जिहदा मुੱਢ पंजाब के किसान ते पंजाब के लोकां ने, उस तो बाद दे विच हरियाणा फंड दे विच इस खेती सुधारां दे नाम दे उत्ते बनाए काले, ਉਹਦੇ ਵਿੱਚ ਲੋਕ इंसाफ पार्टी ने सारे ਜ਼ਿਲ੍ਹਿਆਂ ਦੇ ਅੰਦਰ ਜ਼ਿਲ੍ਹਾ ਪ੍ਰਧਾਨਾਂ ਨੂੰ 23 ਤਰੀਕ ਤੋਂ ਸ਼ੁਰੂਆਤ ਕੀ ਆਪਣੇ ਟਰੈਕਟਰ ਲੈ ਕੇ ਆਪਣੇ ਪਿੰਡ ਦੇ ਵਿੱਚੋਂ ਦੂਸਰੇ ਲੋਕਾਂ ਨੂੰ ਦੀ ਰੌਣਕ ਨੂੰ ਵਧਾਇਆ ਜਾ ਸਕੇ। ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਕਾਲਾ ਕਾਨੂੰਨ ਥੋਪਣ ਦਾ ਯਤਨ ਕਾਰਪੋਰੇਟ ਨੂੰ ਫਾਇਦਾ ਦੇਣ ਵਾਸਤੇ, ਉਸ ਕਾਲੇ ਕਾਨੂੰਨ ਦਾ ਖਾਤਮਾ। ਸੋ ਅੱਜ ਲੋਕ इंसाफ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ, ਜਿਹਦੇ ਦੋ ਅਹਿਮ ਤੇ ਗੰਭੀਰ ਮੁੱਦਿਆਂ ਦੇ ਉੱਤੇ ਬੜਾ ਲੰਬਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸ ਸਿੱਟੇ ਦੇ ਉੱਤੇ ਪਹੁੰਚੀ ਲੋਕ इंसाफ ਪਾਰਟੀ, ਜਿਹੜਾ ਕਿਸਾਨ ਅੰਦੋਲਨ ਹੈਗਾ, ਅੱਜ ਇਕੱਲੇ ਪੰਜਾਬ ਜਾਂ ਹਰਿਆਣੇ ਦੇ ਕਿਸਾਨ ਦਾ ਅੰਦੋਲਨ ਨਹੀਂ, ਅੱਜ ਪੂਰੇ ਦੇਸ਼ ਦੇ ਕਿਸਾਨ ਦਾ ਅੰਦੋਲਨ ਹੈ। ਪੂਰੇ ਦੇਸ਼ ਦੇ ਅੰਦਰ ਨਿਆਂ ਪਸੰਦ ਲੋਕਾਂ ਦਾ ਅੰਦੋਲਨ ਬਣ ਚੁੱਕਿਆ, ਜਿਹੜਾ 26 ਤਰੀਕ ਨੂੰ
ਟਰੈਕਟਰ ਪਰੇਡ ਦਾ ਪ੍ਰੋਗਰਾਮ ਹੈ, ਉਹਦੇ 'ਚ ਅਸੀਂ ਡਿਊਟੀਆਂ ਲਾਈਆਂ। ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਇਨਸਾਫ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਵੱਡੀ ਗਿਣਤੀ 'ਚ ਟਰੈਕਟਰ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਉੱਥੇ ਪਹੁੰਚਣ ਦਾ ਪ੍ਰੋਗਰਾਮ ਅਸੀਂ ਦਿੱਤਾ। ਔਰ ਆਪੋ ਆਪਣੇ ਜ਼ਿਲ੍ਹੇ, ਆਪੋ ਆਪਣੇ ਵਿਧਾਨ ਸਭਾ ਹਲਕੇ, ਆਪੋ ਆਪਣੇ ਪਿੰਡ ਦੇ ਵਿੱਚ ਦੂਜੇ ਆਮ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਇਸ ਟਰੈਕਟਰ ਪਰੇਡ ਦਾ ਹਿੱਸਾ ਬਣਨ ਵਾਸਤੇ ਬੇਨਤੀ ਕਰਨਗੇ। ਔਰ ਦੂਸਰਾ ਨੰਬਰ, ਅਸੀਂ ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਪੰਜਾਬ ਨੂੰ ਡੀਸੀ ਦੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰ ਡੀਸੀਆਂ ਦੇ ਜ਼ਰੀਏ ਇੱਕ ਮੰਗ ਪੱਤਰ ਦਿੱਤਾ ਸੀ ਵੀ ਇਹ ਜਿਹੜੀਆਂ ਲੋਕਲ ਬਾਡੀ ਚੋਣਾਂ ਨੇ ਇਹ ਤੁਰੰਤ ਮੁਲਤਵੀ ਕੀਤੀਆਂ ਜਾਣ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਗਏ ਹੋਏ ਪੰਜਾਬ ਦੇ ਵੋਟਰ, ਜੇ ਚੋਣਾਂ ਤੁਸੀਂ ਕਰਾਓਗੇ, ਉਹ ਚੋਣ ਪ੍ਰਕਿਰਿਆ ਦੇ ਵਿੱਚ ਮਜਬੂਰੀ ਵਸ ਉਹਨਾਂ ਨੂੰ ਆਉਣਾ ਪਏਗਾ, ਜਿਹਦੇ ਕਰਕੇ ਕਿਸਾਨ ਅੰਦੋਲਨ ਕਮਜ਼ੋਰ ਪੈਣ ਦਾ ਖਦਸ਼ਾ। ਪਰ ਸਰਕਾਰ ਨੇ ਸਾਡੀ ਗੱਲ ਸੁਣੀ ਨਹੀਂ। ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਗਰਾਮ ਅਨਾਉਂਸ ਕਰ ਦਿੱਤਾ ਵੋਟਾਂ ਦਾ। ਸੋ ਅਸੀਂ 22 ਤਰੀਕ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਬਾਹਰ ਰੋਸ ਪ੍ਰਗਟਾਵਾ ਵੀ ਕਰਕੇ ਆਵਾਂਗੇ। ਉਹਨਾਂ ਨੂੰ ਇੱਕ ਚੋਣਾਂ ਮੁਲਤਵੀ ਕਰਾਉਣ ਵਾਸਤੇ ਮੰਗ ਪੱਤਰ ਵੀ ਦੇ ਕੇ ਆਵਾਂਗੇ। ਤੇ ਸਾਡੀ ਕਿਸਾਨ ਸੰਘਰਸ਼ ਕਮੇਟੀ ਦੇ ਸਤਿਕਾਰਯੋਗ ਕਿਸਾਨ ਲੀਡਰਾਂ ਨੂੰ ਵੀ ਇਹ ਅਪੀਲ ਹੈਗੀ ਆ ਕਿ ਤੁਸੀਂ ਵੀ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਓ। ਤੁਸੀਂ ਵੀ ਇਹ ਗੱਲ ਪੰਜਾਬ ਸਰਕਾਰ ਦੇ ਕੰਨੀ ਪਾਓ ਵੀ ਭਾਈ, ਤੁਸੀਂ ਇੱਕ ਪਾਸੇ ਸਟੇਟ ਗਵਰਨਮੈਂਟ ਤੇ ਕਾਂਗਰਸ ਇਹ ਕਹਿੰਦੀ ਨਹੀਂ ਥੱਕਦੀ ਵੀ ਅਸੀਂ ਕਿਸਾਨਾਂ ਦੇ ਹਮਦਰਦ ਹੈਗੇ ਆ, ਦੂਜੇ ਪਾਸੇ ਤੁਸੀਂ ਸਥਾਨਕ ਚੋਣਾਂ, ਲੋਕਲ ਬਾਡੀ ਚੋਣਾਂ ਕਰਾ ਕੇ ਅੰਦੋਲਨ ਦੀ ਤਾਕਤ ਨੂੰ ਘਟਾਉਣ ਵਾਸਤੇ ਇਹ ਕਿਹੜਾ ਰਸਤਾ ਲੱਭ ਲਿਆ? ਸੋ ਮੈਂ ਸਮਝਦਾ ਕਿ ਕਿਸਾਨ ਸੰਘਰਸ਼ ਕਮੇਟੀ ਦੇ ਸਤਿਕਾਰਯੋਗ ਲੀਡਰ ਬੜੇ ਬੁੱਧੀਮਾਨ ਸਿਆਣੇ ਹੈਗੇ ਆ, ਉਹ ਸਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਭਾਪ ਕੇ ਪੰਜਾਬ ਸਰਕਾਰ ਦੇ ਉੱਤੇ ਜ਼ਰੂਰ ਇਹ ਦਬਾਅ ਬਣਾਉਣਗੇ ਕਿ ਇਹ ਚੋਣਾਂ ਮੁਲਤਵੀ ਕਰਾਈਆਂ ਜਾਣ। ਇਹ ਚੋਣਾਂ ਜਿਹੜਾ ਐਜੀਟੇਸ਼ਨ ਹੈਗਾ, ਜਿਹੜਾ ਕਿਸਾਨ ਅੰਦੋਲਨ ਹੈਗਾ, ਉਹਦੀ ਸਮਾਪਤੀ ਸਫਲਤਾ ਤੋਂ ਬਾਅਦ ਇਹ ਚੋਣਾਂ ਕਰਾਈਆਂ ਜਾਣ। ਅੱਜ ਸੁਪਰੀਮ ਕੋਰਟ ਨੇ ਕਹਿਤਾ ਕਿ ਦਿੱਲੀ ਸਰਕਾਰ ਪੈਸਾ ਲਏਗੀ ਕਿ ਜਿਹੜਾ ਟਰੈਕਟਰ ਮਾਰਚ ਹੈ ਪੁਲਿਸ ਔਰ ਦਿੱਲੀ ਪੁਲਿਸ ਪੈਸਾ ਲਏਗੀ ਟਰੈਕਟਰ ਮਾਰਚ ਲੈ ਕੇ। ਸੋ ਅੱਜ ਸਾਡੇ ਦੇਸ਼ ਦੀ ਸਤਿਕਾਰਯੋਗ ਸੁਪਰੀਮ ਕੋਰਟ ਇਉਂ ਲੱਗਦਾ ਕਿ ਕਿਸੇ ਬਹੁਤ ਵੱਡੇ ਦਬਾਅ ਦੇ ਵਿੱਚ ਹੈਗੀ ਆ। ਉਹ ਆਪਣੇ ਆਪ ਦੇ ਵਿੱਚ ਇਦਾਂ ਦੇ ਫੈਸਲੇ, ਇਹ ਕਹੂੰਗਾ ਛੋਟਾ, ਸਾਡਾ ਫੰਡਾਮੈਂਟਲ ਰਾਈਟ ਹੈਗਾ, ਉਹ ਸਾਡਾ ਇੱਕ ਮੌਲਿਕ ਅਧਿਕਾਰ ਹੈਗਾ ਕਿ ਅਸੀਂ ਪੀਸਫੁਲ ਤਰੀਕੇ ਦੇ ਨਾਲ ਇਸ ਡੈਮੋਕ੍ਰੈਟਿਕ ਪ੍ਰਕਿਰਿਆ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਹਾਂ। ਸਾਡਾ ਮੌਲਿਕ ਅਧਿਕਾਰ ਅੱਜ ਸੁਪਰੀਮ ਕੋਰਟ ਇਹ ਕਵੇ। ਸੁਪਰੀਮ ਕੋਰਟ ਨੂੰ ਕਹਿਣਾ ਤਾਂ ਇਹ ਚਾਹੀਦਾ ਸੀ, ਅਫਸੋਸ ਹੈ, ਕਹਿਣਾ ਚਾਹੀਦਾ ਸੀ ਵੀ ਠੀਕ ਆ, ਜੇ ਐਜੀਟੇਟਰ ਪੀਸਫੁਲ ਤਰੀਕੇ ਦੇ ਨਾਲ ਨੈਸ਼ਨਲ ਫਲੈਗ ਆਪਣੇ ਟਰੈਕਟਰਾਂ ਦੇ ਉੱਤੇ ਲਾ ਕੇ ਆਪਣਾ ਮਾਰਚ ਕੱਢਣ ਲਈ ਕਹਿ ਰਿਹਾ ਤੇ ਇਹਨਾਂ ਨੂੰ ਆਗਿਆ ਦੇਣੀ ਚਾਹੀਦੀ ਸੀ। ਸੁਪਰੀਮ ਕੋਰਟ ਨੇ ਦਿੱਲੀ ਦੀ ਪੁਲਿਸ ਨੂੰ ਕਹਿ ਦੇਣਾ। ਸੋ ਮੈਂ ਸਮਝਦਾ ਕਿ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈਗਾ, ਸਾਡਾ ਮੌਲਿਕ ਅਧਿਕਾਰ ਹੈਗਾ, ਉਹਦੀ ਅਣਦੇਖੀ ਸੁਪਰੀਮ ਕੋਰਟ ਨੇ ਵੀ ਕੀਤੀ ਹੈ। ਅੱਜ ਮੀਟਿੰਗ ਵੀ ਚੱਲ ਰਹੀ ਹੈ ਕਿਸਾਨਾਂ ਤੇ ਕੇਂਦਰ ਵਿੱਚ। ਦੇਖੋ, ਮੀਟਿੰਗ ਮੇਰਾ ਖਿਆਲ 10ਵੀਂ ਹੈਗੀ ਆ। ਬੀਜੇਪੀ ਗਵਰਨਮੈਂਟ ਤੇ ਬੀਜੇਪੀ ਦੀ ਲੀਡਰਸ਼ਿਪ ਦੀ ਇੱਕੋ ਹੀ ਪਾਲਿਸੀ ਆ ਕਿ ਗੱਲਾਂ ਦਾ ਕੜਾਹ ਕਰੋ। ਗੱਲਾਂ ਦਾ ਕੜਾਹ ਕਰਦੇ ਹੋਏ ਕਿਸੇ ਢੰਗ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਹੌਲੀ-ਹੌਲੀ ਕਰਕੇ ਮੱਧਮ ਕਰ ਦਿਓ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੜਦਾ ਅਸੀਂ ਧੂਣ ਸਵਾਏ ਹੋਏ। ਇਹ ਅੰਦੋਲਨਕਾਰੀ ਅੰਦੋਲਨ ਦੀ ਸਫਲਤਾ ਤੋਂ ਬਿਨਾਂ ਵਾਪਸ ਨਹੀਂ ਆਉਣਗੇ। ਇਹ NIA, ਜਿਹਨੂੰ ਮੈਂ MIA ਕਹਿੰਦਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨਹੀਂ, ਇਹ ਮੋਦੀ ਇਨਵੈਸਟੀਗੇਸ਼ਨ ਏਜੰਸੀ ਆ। ਇਹ ਨੋਟਿਸ ਦੇ ਦੇਵੇ ਪੰਜਾਬ ਦੇ ਲੋਕਾਂ ਨੂੰ ਜਾਂ ਦੇਸ਼ ਭਰ ਦੇ ਨਿਆਂਪਸੰਦ ਕਿਸਾਨ ਲੋਕਾਂ ਨੂੰ ਜਾਂ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਨੋਟਿਸ ਦੇ ਦੇਵੇ, ਕੋਈ ਫਰਕ ਨਹੀਂ ਹੈਗਾ। ਇਹ ਬਲਦੀ ਦੇ ਉੱਤੇ ਤੇਲ ਪਾਉਣ ਦਾ, ਘਿਓ ਪਾਉਣ ਦਾ ਕੰਮ ਕਰੇਗਾ ਇਹ ਨੋਟਿਸ। ਅੰਦੋਲਨਕਾਰੀ ਲੋਕ ਮੋਦੀ ਸਰਕਾਰ ਦੀ ਕਿਸੇ ਗਿੱਦੜ ਧਮਕੀ ਤੋਂ ਡਰਨ ਵਾਲੇ ਨਹੀਂ। ਮੋਦੀ ਗਵਰਨਮੈਂਟ ਦੀ ਬਖਲਾਹਟ ਹੈਗੀ ਹੈ। ਮੋਦੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ, ਇਹ ਸੱਚਾਈ ਹੈਗੀ ਹੈ। ਮੈਂ ਸਭ ਕੀ ਲੱਗਦਾ ਹੈ ਹੁਣ 14 ਤਰੀਕ ਅਨਾਉਂਸਮੈਂਟ ਕਰਤੀ ਇਲੈਕਸ਼ਨਾਂ ਦੀ, ਸਾਰਾ ਕੁਝ ਹੋ ਗਿਆ। ਕਾਂਗਰਸ ਨੂੰ ਵੀ ਪਤਾ ਕਿ ਉੱਥੇ ਜਿਹੜੇ ਅਸੀਂ ਨਗਰ ਕੌਂਸਲ ਦੇ ਇਲੈਕਸ਼ਨ ਕਰ ਰਹੇ ਹਾਂ, ਜੋ ਜ਼ਿਆਦਾਤਰ ਪਿੰਡ ਕਹਿ ਲਓ ਕਿ ਰੂਰਲ ਏਰੀਆ ਦੇ ਵਿੱਚ ਕਿਉਂ ਕੀਤਾ ਗਿਆ, ਤੇ ਹੁਣ ਤੁਹਾਨੂੰ ਲੱਗਦਾ ਕਿ ਹੁਣ ਸਾਰਾ ਕੁਝ ਕਰ ਲਿਆ, ਉਹ ਕੈਂਸਲ ਕਰਨਗੇ? ਦੇਖੋ, ਹਜੇ ਹੋਇਆ ਕੁਝ ਨਹੀਂਗਾ। ਜਿਹੜਾ ਨੋਮੀਨੇਸ਼ਨ ਹੋਈ ਹੈ, ਹਜੇ ਨੋਮੀਨੇਸ਼ਨ ਸਟਾਰਟ ਫਰੋਮ 30 ਨੂੰ, ਬਿਲਕੁਲ 30 ਤਰੀਕ ਤੋਂ ਸਟਾਰਟ ਹੋਣੀ ਆ। ਸਰਕਾਰ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੈ, ਉਹਦੀ ਖੁਦ ਦੀ ਕੋਈ ਪਾਵਰ ਨਹੀਂ ਹੈਗੀ। ਉਹ ਸਰਕਾਰ ਦੇ ਹੁਕਮਾਂ ਦਾ ਤਾਬਿਆਦਾਰ ਆ। ਉਹ ਆਪਣੀ ਹੁਕਮਬਰਦਾਰੀ ਕਰਦਾ ਕਿ ਜੋ ਸਟੇਟ ਨੇ ਕਿਹਾ। ਤਾਂ ਮੁੱਖ ਮੰਤਰੀ ਸਾਹਿਬ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇਹ ਫੈਸਲਾ ਲੈਣ ਲੱਗਿਆਂ ਸੋਚਣਾ ਚਾਹੀਦਾ
ਕਿ ਇੱਕ ਪਾਸੇ ਲੱਖਾਂ ਦੀ ਗਿਣਤੀ ਦੇ ਵਿੱਚ ਮੈਜੋਰਿਟੀ 'ਚ ਵੈਸੇ ਤਾਂ ਸਾਰੇ ਦੇਸ਼ ਤੋਂ ਅੰਦੋਲਨਕਾਰੀ ਬੈਠੇ ਆ, ਪਰ ਵੱਡੀ ਗਿਣਤੀ ਪੰਜਾਬ ਤੇ ਫਿਰ ਹਰਿਆਣਾ। ਤੁਸੀਂ ਅੱਜ ਪੰਜਾਬ ਦੇ ਵਿੱਚ ਚੋਣ ਪ੍ਰਕਿਰਿਆ ਅਨਾਉਂਸ ਕਰਦੇ ਹੋ ਮਜਬੂਰੀ ਬਸ। ਉਸ ਅੰਦੋਲਨ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਚੋਣ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣ ਲਈ ਵੋਟਾਂ ਪਾਉਣ ਵਾਸਤੇ ਆਉਣਾ ਪਊਗਾ ਨਾ। ਅੰਦੋਲਨ ਦੀ ਤਾਕਤ ਘਟੇਗੀ। ਸੋ ਇਸ ਕਰਕੇ ਅਸੀਂ ਪਹਿਲਾਂ ਡੀਸੀਆਂ ਦੇ ਜ਼ਰੀਏ ਮੁੱਖ ਮੰਤਰੀ ਸਾਹਿਬ ਨੂੰ ਮੈਮੋਰੰਡਮ ਭੇਜਿਆ। ਹੁਣ ਅਸੀਂ 22 ਤਰੀਕ ਨੂੰ ਇੱਕ ਸਿੰਬੋਲਿਕ ਪ੍ਰੋਟੈਸਟ ਧਰਨਾ ਥੱਲੇ ਬੈਠ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਕੋਰ ਕਮੇਟੀ ਦੇ ਮੈਂਬਰ, ਸਟੇਟ ਇਲੈਕਸ਼ਨ ਕਮਿਸ਼ਨ ਚੰਡੀਗੜ੍ਹ ਤੇ ਇੱਕ ਮੰਗ ਪੱਤਰ ਵੀ ਚੋਣਾਂ ਮੁਲਤਵੀ ਕਰੋ। ਤੇ ਮੇਰੀ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨ ਲੀਡਰਾਂ ਨੂੰ ਬੇਨਤੀ ਹੈ ਵੀ ਉਹ ਵੀ ਇਸ ਗੰਭੀਰ ਇਸ਼ੂ ਦੇ ਉੱਤੇ, ਕਿਉਂਕਿ ਅੱਜ ਅੰਦੋਲਨ ਦੀ ਤਾਕਤ ਲੋਕ ਹੈਗੇ ਆ। ਅੱਜ ਇਹ ਅੰਦੋਲਨ ਪੂਰੀ ਦੁਨੀਆ ਦੇ ਵਿੱਚ ਪਪੂਲਰ ਹੋਇਆ, ਪੂਰੀ ਦੁਨੀਆ ਸਪੋਰਟ ਕਰ ਰਹੀ ਆ, ਤੇ ਉਹ ਡਿਊ ਟੂ ਲੋਕਾਂ ਦੀ ਉੱਥੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਾਰਨ ਆ। ਜੇ ਲੋਕਾਂ ਦੀ ਸ਼ਮੂਲੀਅਤ ਮੱਧਮ ਪੈ ਗਈ ਫਿਰ ਇਹ ਅੰਦੋਲਨ ਆਪਣੀ ਸਫਲਤਾ ਟੀਚਾ ਪ੍ਰਾਪਤ ਨਹੀਂ ਕਰ ਸਕਿਆ। ਮੇਰੀ ਸੰਘਰਸ਼ ਕਮੇਟੀ ਦੇ ਕਿਸਾਨ ਲੀਡਰਾਂ ਨੂੰ ਬੇਨਤੀ ਆ ਵੀ ਉਹ ਵੀ ਪੰਜਾਬ ਗਵਰਨਮੈਂਟ ਨਾਲ ਰਾਬਤਾ ਦਬਾਅ ਬਣਾਉਣ ਕਿ ਇਹ ਚੋਣਾਂ ਸੰਘਰਸ਼ ਦੀ ਸਫਲਤਾ ਤੋਂ ਬਾਅਦ, ਸੰਘਰਸ਼ ਦੀ ਸਮਾਪਤੀ ਤੋਂ ਬਾਅਦ ਕਰਵਾਈਆਂ ਜਾਣ, ਦੈਨ ਮੁਲਤਵੀ ਕੀਤੀਆਂ ਜਾਣ। ਕੀ ਲੱਗਦਾ ਪਹਿਲਾਂ ਸਕੂਲ ਖੋਲੇ, ਫਿਰ 21 ਨੂੰ ਕਾਲਜ, ਹੁਣ ਇਲੈਕਸ਼ਨ, ਕੀ ਲੱਗਦਾ ਜੀ ਕਿਤੇ ਨਾ ਕਿਤੇ ਦਬਾਅ ਹੈ? ਸੋ ਇੱਕ ਛੜਯੰਤਰ ਹੈਗਾ, ਇਹ ਇੱਕ ਛੜਯੰਤਰ ਆ। ਹਾਥੀ ਦੇ ਦੰਦ ਖਾਣ ਵਾਲੇ ਹੋ ਰਿਹਾ ਤੇ ਦਿਖਾਉਣ ਵਾਲੇ ਹੋ ਰਿਹਾ। ਅੱਜ ਦੁੱਖ ਤੇ ਅਫਸੋਸ ਹੈ, ਕਮ ਸੇ ਕਮ ਜਿਹੜੀ ਸਾਡੀ ਇਕਨੋਮੀ ਆ, ਖੇਤੀਬਾੜੀ ਐਗਰੀਕਲਚਰ ਸਾਡੇ ਸਟੇਟ ਦੀ ਇਕਨੋਮੀ ਆ, ਹਰਿਆਣੇ ਦੀ ਇਕਨੋਮੀ ਆ, ਜੇ ਤੁਸੀਂ ਆਪਣੀ ਇਕਨੋਮੀ ਸਰਕਾਰ ਚਲਾਉਣ ਵਾਲੇ ਲੋਕ ਤੋੜ ਲੈਣਗੇ ਫਿਰ ਸਰਕਾਰਾਂ ਕਾਹਦੇ ਨਾਲ ਚਲਾਉਣਗੇ? ਕਮ ਸੇ ਕਮ ਤੁਸੀਂ ਇਸ ਇਸ਼ੂ ਦੇ ਉੱਤੇ ਰਾਜਨੀਤੀ ਨਾ ਕਰੋ। ਤੁਸੀਂ ਕੋਵਿਡ ਦੇ ਨਿਯਮਾਂ ਤਹਿਤ ਖੱਬਾ ਸੱਜਾ ਖੱਬਾ, ਫਿਰ ਤੁਸੀਂ ਵੋਟਾਂ ਦੇ ਨਾਮ ਦੇ ਉੱਤੇ ਇਹ ਸਾਰੀਆਂ ਜਿਹੜੀਆਂ ਸੀਕ੍ਰੇਟ ਵੇ ਹੈਗੇ ਆ, ਇਹ ਖੁਫੀਆ ਰਸਤੇ ਆ ਵੀ ਅੰਦੋਲਨ ਨੂੰ ਕਮਜ਼ੋਰ ਕਿਵੇਂ ਕਰਨਾ। ਕੌਣ ਕਰ ਰਿਹਾ ਜੀ? ਸਟੇਟ ਗਵਰਨਮੈਂਟ ਵੀ ਵਿੱਚ ਹੀ ਆ। ਸਟੇਟ ਗਵਰਨਮੈਂਟ ਕੀ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਜਿਹੜੇ ਲੋਕ ਅੰਦੋਲਨ ਦੇ ਵਿੱਚ ਬੈਠੇ ਆ, ਉਹ ਮਜਬੂਰੀ ਬਸ ਚੋਣ ਪ੍ਰਕਿਰਿਆ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਆਉਣਗੇ। ਔਰ ਉਥੋਂ ਜਦੋਂ ਵੱਡੀ ਗਿਣਤੀ 'ਚ ਲੋਕ ਪੰਜਾਬ ਆਉਣਗੇ ਤੇ ਅੰਦੋਲਨ ਦੀ ਤਾਕਤ ਘਟੇਗੀ। ਕੌਣ ਜ਼ਿੰਮੇਵਾਰ ਆ? ਸਟੇਟ ਗਵਰਨਮੈਂਟ ਜ਼ਿੰਮੇਵਾਰ ਹੈਗੀ ਆ। ਕੌਣ ਜ਼ਿੰਮੇਵਾਰ ਆ ਕਿ ਕਾਲਜ ਤੇ ਸਕੂਲ ਇਹ ਕੀ ਫੈਸਲਾ ਅੰਦੋਲਨ ਦੇ ਦੌਰਾਨ ਹੀ ਲਿਆ ਜਾਣਾ ਸੀਗਾ? ਕੌਣ ਜ਼ਿੰਮੇਵਾਰ ਆ? ਸਟੇਟ ਗਵਰਨਮੈਂਟ। ਸੋ ਇਸ ਕਰਕੇ ਸਾਡੀ ਅਪੀਲ ਹੈਗੀ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਤੁਰੰਤ ਲੋਕਲ ਬਾਡੀ ਚੋਣਾਂ ਜਿਹੜੀਆਂ ਮੁਲਤਵੀ ਕੀਤੀਆਂ ਜਾਣ ਅਰੇ अंदोलन की समाप्ति तो बाद इन्हां दा प्रोग्राम अनाउंस किया जाए। वेब सीरीज तांडव के खिलाफ हिंदू संगठनों में बढ़ता दिखा रोष। सर्वधर्म की ओर से वेब सीरीज तांडव के निर्माता और अदाकारों के खिलाफ कार्यवाही की मांग। वेब सीरीज तांडव के खिलाफ हिंदू संगठनों में रोष बढ़ता जा रहा है। सर्वधर्म रक्षा मंच की ओर से वेब सीरीज तांडव के निर्माता और अदाकारों के खिलाफ कार्रवाई की मांग को लेकर लुधियाना पुलिस को एक शिकायत सौंपी गई ताकि और भी कोई लोग ऐसा दृश्य करने की हिम्मत ना कर सके। मंच के नेताओं ने आरोप लगाया है कि वेब सीरीज तांडव से हिंदू और दलित समुदाय की भावनाओं को नुकसान पहुंचाया है। वेब सीरीज के निर्माता और अदाकारों के खिलाफ सख्त कानूनी कार्रवाई होनी चाहिए। जय श्री राम जी, जय माता दी। ਅੱਜ ਜਿਵੇਂ ਪਹਿਲਾਂ ਦਾਨਵ ਸਾਹਿਬ ਤੇ ਪੰਡਿਤ ਰਜੀਵ ਜੀ ਨੇ ਦੱਸਿਆ, ਕੱਲ ਲੁਧਿਆਣਾ ਸ਼ਹਿਰ ਦੀ ਸਮੁੱਚੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਗੱਲ ਇੱਕ ਸਰਵ ਧਰਮ ਰੱਖਿਆ ਮੰਚ ਦਾ ਜਿਹੜਾ ਗਠਨ ਕੀਤਾ ਹੈ ਔਰ ਉਹਦੇ ਵਿੱਚ ਇੱਕ ਮਤਾ ਪਾਸ ਕੀਤਾ ਸਰਵ ਸਹਿਮਤੀ ਦੇ ਨਾਲ ਕਿ ਪੰਜਾਬ ਦੇ ਵਿੱਚ ਕਿੱਥੇ ਵੀ ਜਿਹੜਾ ਹਿੰਦੂ ਸਿੱਖ ਮੁਸਲਮਾਨ ਭਾਈਚਾਰਕ ਸਾਂਝ ਹੈ ਉਹਨੂੰ ਕੋਈ ਵੀ ਜਿਹੜੇ ਆ ਸਮਾਜਿਕ ਤੱਤਵ ਨੇ ਜੇ ਉਹਨੂੰ ਖਰਾਬੀ ਕਰਨ ਦਾ ਪ੍ਰਯਤਨ ਕਰਦੇ ਨੇ ਉਹਦੇ ਵਿਰੁੱਧ ਇੱਕ ਮੰਚ ਤੋਂ ਇਕਜੁੱਟ ਹੋ ਕੇ ਆਵਾਜ਼ ਚੱਕੀ ਜਾਏਗੀ। ਉਹਦੇ ਪਹਿਲੇ ਜਿਹੜਾ ਮੁੱਦਾ ਸੀ ਅੱਜ ਚੱਕਿਆ ਗੱਲ ਸਰਵ ਧਰਮ ਮੰਚ ਵੱਲੋਂ, ਉਹਦੇ ਵਿੱਚ ਇਹ ਹੈ ਵੀ ਇੱਕ ਵੈਬ ਸੀਰੀਜ਼ ਚੱਲ ਰਹੀ ਹੈ ਤਾਂਡਵ ਨਾਮ ਦੀ, ਜਿਹਦੇ ਵਿੱਚ ਹਿੰਦੂ ਦੇਵੀ ਦੇਵਤਾ ਬਾਰੇ, ਭਗਵਾਨ ਸ਼ਿਵ ਜੀ ਬਾਰੇ, ਭਗਵਾਨ ਰਾਮ ਬਾਰੇ ਔਰ ਸਭ ਨੂੰ ਮਾੜੀ ਗੱਲ ਜਿਹੜੀ ਹੈ ਦਲਿਤ ਔਰ ਹਿੰਦੂ ਭਾਈਚਾਰੇ ਬਾਰੇ ਜਿਹੜਾ ਉੱਤੇ ਚੀਜ਼ਾਂ ਦਰਸਾਇਆ ਗਿਆ, ਮਨ ਵਿੱਚ ਜਿਹੜਾ ਕੜੱਤਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਖਿਲਾਫ ਅਸੀਂ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਜੀ ਨੂੰ ਅੱਜ ਮੰਗ ਪੱਤਰ ਦਿੱਤਾ। ਸਾਰੇ ਸਿਸਟਮ ਮੰਡਲ ਨੇ ਮਿਲ ਕੇ ਔਰ ਮੰਗ ਕੀਤੀ ਹੈ ਵੀ ਇਹਨਾਂ ਦੀ ਜਿਹੜੇ ਵੀ ਵੈਬ ਸੀਰੀਜ਼ ਦੇ ਡਾਇਰੈਕਟਰ ਨੇ, ਐਕਟਰਸ ਤੇ ਐਕਟਰਸ ਨੇ, ਜਿੰਨੀ ਵੀ ਟੀਮ ਹੈ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਔਰ ਪਰਚਾ ਦਰਜ ਕਰਨ ਦੇ ਨਾਲ ਉਹਨਾਂ ਦੀ ਅਰੈਸਟ ਪਾਈ ਜਾਵੇ। ਸਾਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਇਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਪੂਰੀ ਟੀਮ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਔਰ ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਵੀ ਸਾਡੀ ਜਿਹੜੀ ਦਰਖਾਸਤ ਹੈ ਉਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਮਿਲੇ। ਲੁਧਿਆਣਾ ਸ਼ਹਿਰ ਦੇ ਵਿੱਚ
ਇੱਕ ਸਰਵ ਧਾਰਮਿਕ ਮੰਚ ਦਾ ਗਠਨ ਕੀਤਾ ਗਿਆ, ਜਿਸ ਦੇ ਵਿੱਚ ਸਾਰੇ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਗਠਨਾਂ ਨੇ ਇੱਕ ਮੰਚ ਤੇ ਹੋ ਕੇ ਹਾਂ ਦਾ ਨਾਮ ਨਾਰਾ ਮਾਰਿਆ। ਉਹਦੀ ਪੀੜਾ ਸੀ ਸਾਡੀ ਜਿਹੜਾ ਤਾਂਡਵ ਵੈਬ ਸੀਰੀਅਲ ਕੁਝ ਹਰਾਮਜ਼ਾਦਿਆਂ ਨੇ, ਜਿਹਦੇ ਵਿੱਚ ਭਗਵਾਨ ਦੀ ਬੜੀ ਉਹਨਾਂ ਨੇ ਬੇਅਦਬੀ ਕੀਤੀ ਹੈ। ਔਰ ਪਿਛਲੇ ਹਜ਼ਾਰਾਂ ਸਾਲਾਂ ਤੋਂ ਜਿਹੜਾ ਹਿੰਦੂ ਭਾਈਚਾਰਾ, ਚਾਹੇ ਉਹ ਦਲਿਤ ਸਮਾਜ ਹੈ, ਅਸੀਂ ਇਕਜੁੱਟ ਹੋ ਕੇ ਇੱਕ ਮੰਚ ਤੇ ਸਾਰੇ ਸੁੱਖ ਦੁੱਖ ਦੇ ਵਿੱਚ ਇਕੱਠੇ ਹੋ ਰਹੇ ਹਾਂ। ਲੇਕਿਨ ਤਾਂਡਵ ਦੇ ਵਿੱਚ ਕਿਤੇ ਨਾ ਕਿਤੇ ਉਸ ਸਾਡੇ ਭਾਈਚਾਰੇ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਅਸੀਂ ਸਾਰੇ ਸੰਗਠਨ ਵਿਜੇ ਦਾਨਵ ਜੀ ਔਰ ਸਾਰੇ ਹੀ ਜਿੰਨੇ ਲੁਧਿਆਣੇ ਸ਼ਹਿਰ ਦੇ ਹਿੰਦੂ ਸੰਗਠਨ ਨੇ, ਧਾਰਮਿਕ ਸੰਗਠਨ ਨੇ, ਸਾਰੀ ਰਾਜਨੀਤਿਕ ਪਾਰਟੀਆਂ ਨੇ ਸੀਪੀ ਦਫ਼ਤਰ ਦੇ ਸਾਹਬ ਪੇਸ਼ ਹੋਏ ਸੀਗੇ। ਉੱਥੇ ਅਸੀਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਤੇ FRI ਦਰਜ ਹੋਵੇ। ਉਹਨਾਂ ਨੂੰ ਸਾਰਿਆਂ ਨੂੰ, ਜਿੰਨੇ ਵੀ ਉਹ ਪਾਪੀ ਨੇ, ਉਹਨਾਂ ਨੂੰ ਇੱਥੇ ਲਿਆ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜੈ ਸ਼੍ਰੀ ਰਾਮ। ਕੀ ਲੱਗਦਾ ਸਰ, ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਹਿੰਦੂ ਧਰਮ ਦੇ ਪ੍ਰਤੀ ਜਿਹੜੀ ਹੈ ਫਿਲਮਾਂ ਬਣਦੀਆਂ ਆਈਆਂ ਨੇ, ਕਿਤੇ ਨਾ ਕਿਤੇ ਹੁਣ ਵੀ ਜਿਹੜੀ ਉਹਨਾਂ ਦੇ ਵੱਲੋਂ ਕਿਤੇ ਲੱਗਦਾ ਤੁਹਾਨੂੰ ਕਿ ਇਸ ਦੇ ਵਿੱਚ ਸੈਂਸਰ ਬੋਰਡ ਨੂੰ ਠੋਸ ਕਦਮ ਅਪਣਾਉਣੇ ਚਾਹੀਦੇ ਨੇ? ਸੈਂਸਰ ਬੋਰਡ ਨੂੰ ਉਠਾਉਣਾ ਚਾਹੀਦਾ, ਕਦਮ ਜ਼ਰੂਰ ਉਠਾਉਣੇ ਚਾਹੀਦੇ। ਅਗਰ ਸੈਂਸਰ ਬੋਰਡ ਚਾਹਵੇ ਤਾਂ ਇੱਥੇ ਤੱਕ ਤਾਂ ਫਿਲਮਾਂ ਪਹੁੰਚ ਹੀ ਨਹੀਂ ਸਕਦੀਆਂ ਹੈਗੀਆਂ। ਔਰ ਇਹ ਬਹੁਤ ਵੱਡੀ ਫੰਡਿੰਗ ਹੁੰਦੀ ਹੈ ਪਿੱਛੋਂ ਦੀ ਜਿਹਾਦੀਆਂ ਵੱਲੋਂ, ਜਾਣ ਕੇ ਮੁਸਲਿਮ ਧਰਮ, ਜਾਣ ਕੇ ਹਿੰਦੂਆਂ ਉੱਤੇ ਅਟੈਕ ਕਰਦਾ ਹੈ। ਇਹ ਜਿਹਾਦੀ ਨੇ ਸਾਰੇ ਆਪਣੇ ਅੱਲਾਹ ਉੱਤੇ ਕਿਉਂ ਨਹੀਂ ਫਿਲਮ ਬਣਾਉਂਦੇ ਆ? ਅੱਲਾਹ ਉੱਤੇ ਫਿਲਮ ਬਣਾਉਣ ਇਹਨਾਂ ਨੂੰ ਅੱਗ ਲਾ ਕੇ ਰੱਖ ਦੇਣ, ਹਿੰਦੂਆਂ ਉੱਤੇ ਕਿਉਂ ਬਣਾਈ ਜਾਂਦੇ ਆ? ਹੁਣ ਹਿੰਦੂ ਸਾਰੇ ਇੱਕ ਮੰਚ ਤੇ ਇਕੱਠੇ ਹੋ ਚੁੱਕੇ ਨੇ। ਅਸੀਂ ਇਹਨਾਂ ਨੂੰ ਛੱਡਣਾ ਨਹੀਂ ਜਦ ਤੱਕ ਇਹਨਾਂ ਨੂੰ ਇੱਥੇ ਲੁਧਿਆਣੇ ਤੇ ਲਿਆ ਕੇ ਜਿੰਨੇ ਵੀ ਤਾਂਡਵ ਸੀਰੀਜ਼ ਦੇ ਜਿੰਨੇ ਵੀ ਵਿੱਚ ਐਕਟਰ ਨੇ, ਡਾਇਰੈਕਟਰ ਨੇ, ਸੈਫ ਅਲੀ ਖਾਨ, ਜਿੰਨੇ ਵੀ ਸਾਰੇ ਬੰਦੇ ਨੇ, ਅਸੀਂ ਮੰਗ ਕੀਤੀ ਹੈ CP ਸਾਹਿਬ ਦਫ਼ਤਰ ਦੇ ਅੱਗੇ ਆ ਕੇ ਉਹਨਾਂ ਦੇ ਕੋਲ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮਾਨਯੋਗ ਪੁਲਿਸ ਕਮਿਸ਼ਨਰ ਸ਼੍ਰੀ ਰਕੇਸ਼ ਅਗਰਵਾਲ ਸਾਹਿਬ ਨੂੰ ਅਸੀਂ ਇੱਕ ਸਾਰੇ ਜਿੰਨੇ ਸਾਡੇ ਧਾਰਮਿਕ ਤੇ ਸਮਾਜਿਕ ਸੰਗਠਨ ਨੇ ਉਹਨਾਂ ਤੋਂ ਉੱਪਰ ਉੱਠ ਕੇ ਸਰਵ ਧਰਮ ਰਕਸ਼ਾ ਮੰਚ ਨਾਮ ਦਾ ਇੱਕ ਸੰਗਠਨ ਜਿਹੜਾ ਵਾ ਉਹ ਲੁਧਿਆਣੇ ਤੋਂ ਸਟਾਰਟ ਹੋਇਆ ਵਾ, ਜਿਹੜਾ ਪੰਜਾਬ ਔਰ ਦੇਸ਼ ਸਤਰ ਤੇ ਉਹ ਕੰਮ ਕਰਕੇ ਅੱਗੇ ਵਧੂਗਾ। ਸਾਡਾ ਇੱਕੋ ਇੱਕ ਮਕਸਦ ਆ ਕਿ ਕਿਸੇ ਵੀ ਧਰਮ ਦਾ, ਨੋਟ ਇਕੱਲਾ ਹਿੰਦੂ, ਸਿੱਖ, ਕ੍ਰਿਸਚਨ, ਦਲਿਤ, ਮੁਸਲਿਮ, ਜੈਨ, ਕਿਸੇ ਵੀ ਧਰਮ ਦਾ ਨਾਰਾਦਰ ਹੋਊਗਾ ਤਾਂ ਸਾਡਾ ਜਿਹੜਾ ਮੰਚ ਆ ਇਕੱਠੇ ਹੋ ਕੇ ਉਸ ਦੇ ਖਿਲਾਫ ਲੜਾਈ ਜਿਹੜੀ ਆ ਉਸ ਨੂੰ ਸ਼ੁਰੂ ਕਰੂਗਾ। ਸਟਾਰਟਿੰਗ ਦੇ ਤੌਰ ਤੇ ਜਿਵੇਂ ਕਿ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਕ ਵੈਬ ਸੀਰੀਅਲ ਨਵਾਂ ਸਟਾਰਟ ਹੋਇਆ ਜਿਹਦਾ ਨਾਮ ਤਾਂਡਵ ਆ। ਉਹਦੇ ਵਿੱਚ ਜਿੱਥੇ ਭਗਵਾਨ ਭੋਲੇਨਾਥ ਜੀ, ਸ਼੍ਰੀ ਰਾਮਚੰਦਰ ਜੀ ਦਾ ਗਲਤ ਸ਼ਬਦਾਵਲੀ ਉਹਨਾਂ ਲਈ ਇਸਤੇਮਾਲ ਕੀਤੀ ਗਈ ਆ, ਉੱਥੇ ਇੱਕ ਬਹੁਤ ਬੜੀ ਕੌਂਸਪੀਰੇਸੀ ਇਸ ਦੇਸ਼ ਦੇ ਅੰਦਰ ਹਿੰਦੂ ਸਮਾਜ ਅਤੇ ਦਲਿਤ ਸਮਾਜ ਨੂੰ ਆਪਸ ਵਿੱਚ ਤੋੜਨ ਦੀ ਵੀ ਇਹਦੇ 'ਚ ਇੱਕ ਛੇੜੰਤਰ ਰਚਿਆ ਗਿਆ। ਉਸ ਦੇ ਖਿਲਾਫ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਲਿਖਤੀ ਰੂਪ 'ਚ ਸਾਰਿਆਂ ਨੇ ਰਲ ਕੇ ਇੱਕ ਸਰਬਸੰਮਤੀ ਦੇ ਨਾਲ ਜੋ ਫੈਸਲਾ ਕੀਤਾ ਸੀ ਕਿ ਸਰਵ ਧਰਮ ਰਕਸ਼ਾ ਮੰਚ ਗਠਨ ਜਿਹੜਾ ਕੀਤਾ ਸੀ, ਉਹਦੇ ਵੱਲੋਂ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਕੋਲ ਆਏ ਸੀ ਔਰ ਉਹਨਾਂ ਨੇ ਇਮੀਡੀਏਟਲੀ ਇਸ ਦੇ ਆਰਡਰ ਕੀਤੇ ਆ ਕਿ ਇਹਦੀ FIR ਦੀ ਕਾਪੀ ਜਿਹੜੀ ਆ ਉਹ ਅਸੀਂ ਇਮੀਡੀਏਟਲੀ ਕਰਾਂਗੇ। ਔਰ ਜਿੰਨੇ ਵੀ ਇਹ ਮਾੜੇ ਅਨਸਰ ਨੇ, ਦੇਸ਼ ਦਰੋਹੀ ਨੇ, ਧਰਮ ਵਿਰੋਧੀ ਨੇ, ਸਮਾਜਿਕ ਭਾਈਚਾਰਕ ਸਾਂਝ ਜਿਹੜੀ ਉਸ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ, ਉਹਨਾਂ ਨੂੰ ਹਵਾਲਾਤ 'ਚ ਅਸੀਂ ਅੰਦਰ ਦੇਵਾਂਗੇ। ठीक है। किसान मजदूर एकता के बैनर तले मोदी सरकार के खिलाफ रोष जाहिर, ह्यूमन चेन बना किसानों के पक्ष में सरकार के खिलाफ जताया विरोध। पूर्व सांसद अवतार भड़ाना ने अपने निवास पर प्रेस वार्ता करते हुए चेतावनी भरे लफ्ज में कहा कि किसानों के बिल वापस नहीं लिए गए तो आगामी 26 जनवरी को हरियाणा के मुख्यमंत्री से लेकर मंत्रियों तक को झंडा नहीं फहराने देंगे। इसलिए वे किसानों के साथ खड़े हो, यही अपील कर रहे हैं। मैं इस वक्त किसान आंदोलन को मजबूती देने के लिए देश भर से अपील कर रहा हूं और हमारी मजबूती का जो ताकत है उससे हमें न्याय मिलेगा। हमने अपने देश के और प्रदेश के प्रतिनिधियों से गुहार की है, प्रार्थना की है कि सब प्रतिनिधि अपने पार्टी दलों से ऊपर उठकर सत्ता के मोह को छोड़कर किसानों के वक्त इस मुसीबत में साथ आएं और हम 26 जनवरी को भारत सरकार से मांग करते हैं कि वो जहां देश को आज़ादी मिली थी, ये किसान और मजदूरों को आज़ादी देंगे तो हम उनका बहुत आभारी रहेंगे। हमारे बिलों को वापस कर लें और हमें किसान और मजदूर को जो चिंता है उसकी गारंटी दे दें। धन्यवाद। किसान मजदूर तो आज़ाद हैं, किससे आज़ादी दिलानी? नहीं, आज़ादी है, वो तो गुलामी की तरफ भेज रहे हैं हमें। हम अडानी और अंबानियों का गुलाम बनाने के लिए भेजना चाहते हैं।
वही डर तो है हमें चिंता। आपने सरकार तो हम ही ने बनाई ना, सरकार किसने बनाई? किसान मजदूरों ने। अरे किसान मजदूरों ने बनाई सरकार। जिस सरकार ने किसान मजदूरों पर जुल्म ढाए हैं वो कभी सरकारें नहीं बची हैं, इतिहास गवाह है इस बात का। आपने बड़ा ऐलान किया, नहीं फहराने देंगे। हरियाणा में मुख्यमंत्री से लेके मंत्रियों को झंडा नहीं फहराने देंगे। या तो वो हमारे किसान की मुसीबत के वक्त हमारे साथ खड़े हों, और यही हम अपील कर रहे हैं भारत सरकार से कि वो फिर से विचार करें। हम अब न्याय मांग रहे हैं आपसे, हमारे न्याय की तरफ सोचें और 26 जनवरी को हमारे बिलों को वापस ले लें। देश के हित में रहेगा। जब तक किसान मजदूर खुशहाल होगा जब ही देश मजबूत होगा। ये तो अवतार बढ़ाना ने बड़ा ऐलान कर दिया कि मंत्री विधायक सांसद इनको झंडा नहीं फहराने देंगे। क्या कहाँ नहीं फहराने देंगे, किस तरह से रहेगा प्रोग्राम? और रहेगा बता देंगे। आप पूछ लेना मंत्रियों को कौन कौन झंडा फहरा रहा, उनकी लिस्ट दे देना मुझे। जब फहरा ले तो मुझे दिल्ली में, हरियाणा में कहाँ चलाएंगे ट्रैक्टर? सब मैं कहना चाहता हूँ कि संयुक्त मोर्चा जो है किसानों का मोर्चा, उसके जो योद्धा हैं उन्होंने मेरी कुछ बॉर्डर्स पे ड्यूटी लगाई है। मैं उस ड्यूटी को पूरी कर रहा हूँ और फिर जो भी हमारे योद्धाओं का मुझे निर्देश आदेश मिलेगा मैं उस मोर्चे पे रहूँगा। अभी तो मैं उत्तर प्रदेश जाऊँगा जैसे मैंने बता दिया, और किस उत्तर प्रदेश से मेरे 2000 ट्रैक्टर पलवल से हैं, वहाँ करे हैं। उसी मुझे वैसे ये कहा गया कि जिस मोर्चे पे मुझे भेजेंगे कल मैं उत्तर प्रदेश जाऊंगा। गाजीपुर बॉर्डर है पश्चिमी उत्तर प्रदेश का, वहाँ सबसे ताकत से मैं संधू बॉर्डर से और यूपी पश्चिमी उत्तर प्रदेश की आवाज़ मिलाना चाहता हूँ। संधू बॉर्डर, गाजीपुर बॉर्डर और होडल पलवल बॉर्डर। किसान अपनी मांग कर रहे हैं, बीजेपी कह रही है कि ये तो किसान जो हैं ये कांग्रेस समर्थित हैं, कांग्रेस सपोर्ट कर रही है इनको। गुरनाम सिंह चढ़ूनी को नाम के साथ इस तरह के प्रचार करना, मैं कहता हूं कि इस वक्त की इतनी घटिया राजनीति करना, लोगों का दमन करने की बात से अगर उनकी सरकार, जिनकी सरकारें नहीं थी तभी तो इस देश के किसानों ने इनको सौंपा था। फिर कांग्रेस और दूसरी पार्टी सरकारों को फिर भाजपा को क्यों चुना था? देश के लोगों ने इसी उम्मीद से चुना था ना कि इन्होंने जो भला नहीं किया ये हमारे साथ भला करेंगे। इनसे ही उम्मीद करते थे कि ये हमारा गला काटेंगे। सरकार का कब तक इंतजार करेंगे फैसले का? ये तो खैर बड़े नेता हैं हमारे जो संगठन के, मैं तो बहुत एक वॉलंटियर हूँ, कार्यकर्ता हूँ किसानों का। वो फैसला बड़े लेवल पर, फैसला बड़े लेवल से सारे मंत्री सरकारों को गिराया जाएगा। जिन मैं कहा दे ना, जितनी कि मेरी चादर है ना उतने पैर फंसाता हूँ मैं। देश के फैसले करेंगे संगठन मोर्चा। और सुनिए, हरियाणा की जिम्मेदारी है मुझ पर। हरियाणा में झंडा फहरने दूंगा, ठीक, और हरियाणा सरकार को घेर कर सांस लेंगे हम। अगर हरियाणा के लोग प्रतिनिधि हमारे साथ नहीं आए तो फिर राज सत्ता की भूल जाए। सरकार गिरेगी कैसे? बता देंगे, वो भी आंकड़ा बता रखा है। देवीलाल ने बताया मेरे को, न्यू सरकार गिरे न्यू बने हैं। अच्छा, ये वो मैं बता दूंगा। जिस देवीलाल की आप बात कर रहे हैं उनके, अरे ठीक से बोलो, वो पर देवीलाल नहीं, सर छोटू राम को और देवीलाल देवता समान किसान को राजनीति सिखाना वाला देवीलाल था। ये तो उनके नाम की फोटो लगा के बेच रहे हैं जो बेच रहे हैं। दुष्यंत और ये, अरे छोड़िए, किसी पर्टिकुलर मत कीजिए ना, मैं उस पर नहीं जाना चाहता। तो हम तो इनसे उम्मीद करते हैं कि दुष्यंत और सब किसान प्रतिनिधि किसान के हित में आएंगे। हम तो ये उम्मीद करते हैं। वो तो कह रहे हैं हम तो किसानों के साथ खड़े हैं। हाँ, तो हम हमारे साथ खड़ा है, चिंता क्या उसे। अच्छा, हम देख रहे थे कि बात करते करते अचानक आप भावुक हो गए, आप रोने लग गए। नहीं यार, रोने क्या है, अब मैंने देखा है सीन। क्या देखा आपने? दर्शक भी जानना चाह रहे हैं, क्या देखा आपने? मैं समझता हूँ आप चारों दिशाओं पे बॉर्डर से, अम्बाला से लेके पटियाला से लेके नारनौल, भिवाड़ी, रिवाड़ी, इन बॉर्डरों पर जिस तरह हमारी बहन बच्चे किस हालत में गुजर रहे हैं, ठिठुरती ठंड में, आप निकल के देखिए। प्रतिनिधियों को कहिए कि एक दिन सड़क पे सोएं। आंखों में आंसू किस बात? अरे हालात बहुत होने जा रहे हैं। इनकी चिंता है, जो चिंता है उनकी, वो चिंता मुझे सताती है। हम न्याय मांग रहे हैं, कुछ नहीं मांग रहे। हम अपनी जमीन बचाना चाहते हैं, अपनी जमीन बचाना चाहते हैं। हमारी जमीन को
और हमारी जमीन को ललकारे नहीं, ये प्रतिनिधि सोच लें वो हमने बनाए हैं। और सरकार भी इस देश के किसान मजदूरों ने बनाई है, उनको विचार करना चाहिए। और एक दिन ऐसा वक्त आएगा जब फौज का किसान का बेटा वहां खड़ा होकर देखेगा अपने माँ बाप और बच्चों की तरफ, जब फोर्स पुलिस में पुलिस सर अपनी ड्यूटी निभा रही है 24 घंटे, वो भी किसान के बेटे हैं, वो भी मजदूरों के बच्चे हैं, वो कैसे निष्ठा से निभाएंगे अपनी ड्यूटी। 26 जनवरी को अगर इन्होंने हमारे किसानों की आवाज को दबाने की कोशिश की, सारे देश के करोड़ों किसान इस दिल्ली के आसपास पहुंच जाएंगे। 10-20 लाख पहुंच चुके हैं। उन्हें इस सरकार को कुचलने वाले के सपने देखने वालों को यह सोच लेना चाहिए कि अब आंदोलन को कुचला नहीं जा सकता। इसी के साथ मुझे यानी शिखा ठाकुर को दीजिए इजाजत। आपसे फिर मुलाकात होगी कुछ खास खबरों के साथ। नमस्कार।